ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਸਾਈਕਲ ਯਾਤਰਾ ਦੇ ਵਿੱਚ ਪੂਰੇ ਪੰਜਾਬ ਤੋਂ ਪਹੁੰਚਣ ਵਾਲੇ ਪਾਰਟੀ ਵਰਕਰਾਂ ਦਾ ਸਨਮਾਨ ਕੀਤਾ ਗਿਆ। ਸਿਮਰਜੀਤ ਸਿੰਘ ਬੈਂਸ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਹੁੰਚੇ, ਜਿਸ ਦੇ ਅਧੀਨ ਆਉਂਦੇ ਸਿਮਰਜੀਤ ਸਿੰਘ ਬੈਂਸ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਪਹੁੰਚੇ, ਜਿੱਥੇ ਉਹਨਾਂ ਦੇ ਵੱਲੋਂ ਪਹੁੰਚ ਕੇ ਕੋਟਕਪੂਰਾ ਅਤੇ ਫਰੀਦਕੋਟ ਦੇ ਪਾਰਟੀ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਦੇ ਉੱਪਰ ਨਿਸ਼ਾਨਾ ਸਾਧਿਆ ਅਤੇ ਇਸ ਦੇ ਨਾਲ ਹੀ ਖੇਤੀ ਆਰਡੀਨੈਂਸ, ਦਲਿਤਾਂ ਨੂੰ ਸਕਾਲਰਸ਼ਿਪ ਮਾਮਲੇ ਉੱਪਰ ਆਪਣੀ ਪਾਰਟੀ ਦੇ ਵਿਚਾਰ ਦੱਸੇ ਅਤੇ 7 ਸਤੰਬਰ ਨੂੰ ਮੋਤੀ ਮਹਿਲ ਦਾ ਘਿਰਾਵ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਮੌਕੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਸੋ ਮੈਂ ਸਾਰੇ ਦੋਸਤਾਂ ਦਾ ਸ਼ੁਕਰੀਆ ਅਦਾ ਕਰਦਾ। ਇਹ ਉਹ ਦੋਸਤ ਹੈਗੇ ਜਿਨ੍ਹਾਂ ਨੇ 300 ਕਿਲੋਮੀਟਰ ਲੰਬੀ ਸਾਈਕਲ ਯਾਤਰਾ ਜਲਿਆਂਵਾਲਾ ਬਾਗ ਤੋਂ CM ਰੈਜ਼ੀਡੈਂਸ ਚੰਡੀਗੜ੍ਹ, ਮੰਗ ਸੀਗੀ ਜਿਹੜੇ ਖੇਤੀ ਸੁਧਾਰ ਆਰਡੀਨੈਂਸ ਉਹਨਾਂ ਨੂੰ ਰੱਦ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਪ੍ਰਸਤਾਵ ਲੈ ਕੇ ਆਓ, ਬਹੁਤ ਸੰਮਤੀ ਨਾਲ ਰੱਦ ਕਰਕੇ, ਤਾਂ ਕਿ ਇੱਕ ਪ੍ਰੈਸ਼ਰ ਬਿਲਡ ਹੋ ਸਕੇ। ਲੜਾਈ ਅਧੂਰੀ ਹੈ ਹਜੇ। ਲੜਾਈ ਇਹ ਨਹੀਂ ਹੈਗਾ ਵੀ ਕੋਈ ਮੋਦੀ ਸਾਹਿਬ ਮੰਨ ਗਏ, ਕੇਂਦਰ ਮੰਨ ਗਿਆ ਵੀ ਠੀਕ ਹੈ ਜੀ ਅਸੀਂ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਬਿੱਲ ਦਾ ਰੂਪ ਨਹੀਂ ਦੇਵਾਂਗੇ। ਇਹ ਲੜਾਈ ਬਾਕੀ ਆ, ਪਰ ਅਸੀਂ ਕਾਨੂੰਨਨ ਤੌਰ ਤੇ ਜੋ ਪੰਜਾਬ ਅਸੈਂਬਲੀ ਨੂੰ ਕਰਨਾ ਚਾਹੀਦਾ ਸੀ ਉਹ ਕੀਤਾ। ਸੋ ਮੈਂ ਇਹ ਦੋਸਤਾਂ ਦਾ ਰਿਣੀ ਆ। ਖੇਤੀ ਸੁਧਾਰ ਆਰਡੀਨੈਂਸ ਸੰਖੇਪ ਕੰਮਾਂ ਤੇ ਤੂਤਾਂ ਵਾਲਾ ਖੂਹ ਨਾਵਲ ਸੀਗਾ, ਜਦੋਂ ਮੇਰੇ ਏਜ ਗਰੁੱਪ ਦੇ ਜਿੰਨੇ ਦੋਸਤ ਪੜ੍ਹਦੇ ਹੋਣਗੇ, ਪੜ੍ਹਿਆ ਹੋਊਗਾ ਨਾਵਲ ਉਹ ਲਾਜ਼ਮੀ। ਉਹਦੇ 'ਚ ਇੱਕ ਸੇਠ ਸ਼ਾਹੂਕਾਰ ਕਿਸਾਨ ਦੀ ਜ਼ਮੀਨ ਹਥਿਆਉਣ ਵਾਸਤੇ ਕੀ ਕੁਛ ਕਰਦਾ। ਇਹ ਖੇਤੀ ਸੁਧਾਰ ਆਰਡੀਨੈਂਸ ਨਿਚੋੜ ਕੱਢ ਕੇ ਜੇ ਮੈਂ ਕਹਿ ਦੇਵਾਂ ਤੇ ਪੰਜਾਬ ਦੇ 80% ਛੋਟੇ ਤੇ ਮੀਡੀਅਮ ਕਿਸਾਨ ਨੂੰ ਬੇਜ਼ਮੀਨਾ ਕਰਨ ਵਾਸਤੇ ਆ। ਅਡਾਨੀਆਂ ਤੇ ਅੰਬਾਨੀਆਂ ਦਾ ਖੇਤੀ ਜਿਹੜੀ ਪੰਜਾਬ ਦੀ ਉਪਜਾਊ ਧਰਤਾ ਇਹਦੇ ਤੇ ਕਬਜ਼ਾ ਕਰਾਉਣਾ ਤੇ ਪੰਜਾਬ ਦੇ ਕਿਸਾਨ ਨੂੰ ਮਜਬੂਰੀ ਬਸ ਖੇਤ ਮਜ਼ਦੂਰ ਅਡਾਨੀਆਂ ਦਾ ਬਣਾਉਣ ਵਾਸਤੇ। ਸੋ ਇਸ ਕਰਕੇ ਬੜਾ ਹਾਰਮਫੁਲ ਆ ਸਾਡਾ ਖੇਤੀ ਪ੍ਰਧਾਨ ਸੂਬਾ। ਧੁਰਾ ਸਾਡੀ ਗੱਡੀ ਦਾ ਖੇਤੀ ਆ। ਜੇ ਕਿਸੇ ਗੱਡੀ ਦਾ ਦੋਸਤ ਧੁਰਾ ਟੁੱਟ ਜਾਵੇ ਤੇ ਉਹ ਗੱਡੀ ਕਦੇ ਚੱਲ ਨਹੀਂ ਸਕਦੀ। ਵਪਾਰ ਚੱਲੇਗਾ, ਮੈਂ ਖੁਦ ਇੰਡਸਟਰੀਅਲਿਸਟ ਹਾਂ, ਵਪਾਰ ਚੱਲੇਗਾ। ਸਕੂਟਰ, ਮੋਟਰਸਾਈਕਲ, ਸਕੂਟਰ, ਕਾਰਾਂ, ਸੋਨਾ, ਬਜਾਜੀ, ਕੱਪੜਾ ਇਹ ਵਿਕਣਗੇ ਜੇ ਕਿਸਾਨ ਦੀ ਜੇਬ 'ਚ ਪੈਸੇ ਹੋਣਗੇ। ਇਸ ਕਰਕੇ ਦੇਰ ਆਏ ਦਰੁਸਤ ਆਏ ਕੈਪਟਨ ਅਮਰਿੰਦਰ ਸਿੰਘ ਪ੍ਰਸਤਾਵ ਲੈ ਕੇ ਆਏ, ਜਿਹੜਾ ਬਹੁਤ ਸੰਮਤੀ ਦੇ ਨਾਲ BJP ਦੇ 2 ਵਿਧਾਇਕ ਵਿਰੋਧ 'ਚ ਤੇ ਪੰਜਾਬ ਦੇ ਡੋਗਰਾ ਟੱਬਰ ਜਿਹੜੇ ਨੈਗੇਟਿਵ ਵੀ ਸੀਗੇ MLA ਅਕਾਲੀ ਦਲ ਦੇ, ਉਹ ਕੋਈ ਅੰਦਰ ਨਹੀਂ ਵੜਿਆ। ਦੁੱਖ ਤੇ ਅਫਸੋਸ ਹੈ ਕਿ ਉਹ ਅਕਾਲੀ ਦਲ ਜਿਹੜਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਸ਼ੁਰੂ ਤੋਂ, ਚਾਹੇ ਉਹ ਪਾਣੀਆਂ ਦੇ ਮਸਲੇ ਦੀ ਗੱਲ ਹੋਵੇ, ਚੰਡੀਗੜ੍ਹ ਦੀ ਹੋਵੇ, ਸੂਬਿਆਂ ਦੇ ਅਧਿਕਾਰਾਂ ਦੀ ਰਾਖੀ ਦੇਸ਼ ਦੇ ਅੰਦਰ ਸਭ ਤੋਂ ਪਹਿਲੀ ਕਤਾਰ 'ਚ ਅਕਾਲੀ ਦਲ ਹੁੰਦਾ ਸੀ। ਤੇ ਅੱਜ ਦੁੱਖ ਅਫਸੋਸ ਆ ਕਿ ਅਕਾਲੀ ਦਲ ਦੇ ਉੱਤੇ ਕਾਬਿਲ ਟੱਬਰ ਆਪਣਾ ਚਮੜਾ ਬਚਾਉਣ ਵਾਸਤੇ ਮੋਦੀ ਦਾ ਤੋਤਾ ਬਣ ਗਿਆ। ਦੁੱਖ ਹੋਇਆ ਕਿ ਅਕਾਲੀ ਦਲ ਦਾ ਕੋਈ ਵੀ ਮੈਂਬਰ ਕਰੋਨਾ ਦੀ ਆੜ ਦੇ ਵਿੱਚ ਵੀ ਅਸੀਂ ਪੋਜ਼ੀਟਿਵ ਹੈ, ਜਿਹੜੇ ਨੈਗੇਟਿਵ ਆ ਸਾਨੂੰ ਵੜਨ ਨਹੀਂ ਦਿੰਦੇ। ਇਸ ਗੱਲ ਦਾ ਦੁੱਖ ਆ ਪੰਜਾਬ ਦੇ ਲੋਕਾਂ ਨੂੰ। ਅੱਗੇ SC ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਬਹੁਤ ਕਰੋੜੀ ਕਪੜਾ। ਲੋਕ ਇਨਸਾਫ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੇ ਅੰਦਰ ਧਰਨਾ ਲਾਇਆ, ਕੈਪਟਨ ਸਾਹਿਬ ਤੋਂ ਮੰਗ ਕੀਤੀ ਕਿ ਇਹ ਕੋਈ ਦੋਸ਼ ਨਹੀਂ ਹੈਗੇ। ਦੋਸ਼ ਹੁੰਦੇ ਜਦੋਂ ਕੋਈ ਆਪੋਜ਼ਿਟ ਪੋਲੀਟੀਕਲ ਪਾਰਟੀ, ਕੋਈ ਆਪੋਜੀਸ਼ਨ ਲੀਡਰ, ਕੋਈ MLA, ਕੋਈ MP ਆਪੋਜੀਸ਼ਨ ਪਾਰਟੀ ਦਾ, ਉਹ ਕੋਈ ਇਲਜ਼ਾਮ ਲਾਵੇ ਕਿਸੇ ਦੇ ਉੱਤੇ, ਸੱਤਾਧਾਰੀ ਦੇ ਉੱਤੇ, ਫਿਰ ਉਹ ਦੋਸ਼ ਹੁੰਦੇ ਆ। ਫਿਰ ਇਹ ਕਿਹਾ ਜਾਂਦਾ ਵੀ ਇਹਨਾਂ ਦੋਸ਼ਾਂ ਦੀ ਜਾਂਚ ਵਾਸਤੇ ਲਓ ਜੀ ਫਲਾਨੀ ਕਮੇਟੀ ਬਣਾਤੀ। ਇੱਥੇ ਤਾਂ ਰਿਪੋਰਟ ਹੀ ਐਡੀਸ਼ਨਲ ਚੀਫ ਸੈਕਟਰੀ ਕਰ ਰਿਹਾ, ਪ੍ਰਿੰਸੀਪਲ ਸਕੱਤਰ ਵੈਲਫੇਅਰ। ਹੁਣ ਐਡੀਸ਼ਨਲ ਚੀਫ ਸੈਕਟਰੀ ਤੋਂ ਬਾਅਦ ਇੱਕ ਪੋਸਟ ਪੰਜਾਬ ਦੇ ਵਿੱਚ ਆ ਚੀਫ ਸੈਕਟਰੀ। ਐਡੀਸ਼ਨਲ ਚੀਫ ਸੈਕਟਰੀ ਦੀ ਪੋਸਟ, ਐਡੀਸ਼ਨਲ ਚੀਫ ਸੈਕਟਰੀ ਸੀਨੀਅਰ IAS ਰਿਪੋਰਟ ਕਰ ਰਿਹਾ ਵੀ ਦਲਿਤ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਵਜ਼ੀਫਾ ਸਕੀਮ ਜਿਹੜੀ ਕੇਂਦਰ ਵੱਲੋਂ ਪੈਸੇ ਆਏ ਉਹਦੇ 'ਚ ਬਹੁਤ ਕਰੋੜੀ ਕਪੜਾ ਹੋ ਗਿਆ। ਰਿਪੋਰਟ ਦੀ ਕਾਪੀ ਮੈਂ ਨਾਲ ਲੈ ਕੇ ਗਿਆ, ਆਪਣੇ ਯਤਨਾਂ ਨਾਲ ਰਿਪੋਰਟ ਦੀ ਕਾਪੀ ਪ੍ਰਾਪਤ ਕੀਤੀ, ਪਰ ਕੈਪਟਨ ਅਮਰਿੰਦਰ ਸਿੰਘ ਟਸ ਤੋਂ ਮਸ ਨਹੀਂ ਹੋਏ। ਅਸੀਂ ਅੱਧਾ ਪੌਣਾ ਘੰਟਾ ਵਾਹਵਾ ਨਾਅਰੇਬਾਜ਼ੀ ਵੀ ਕੀਤੀ, ਉਹਨਾਂ ਦੇ ਬੈਂਚ ਮੂਹਰੇ ਬਹਿ ਕੇ CBI ਜਾਂਚ ਦੀ ਮੰਗ ਕੀਤੀ ਵੀ ਕੇਂਦਰ ਦੇ ਫੰਡ ਆ, CBI ਜਾਂਚ ਕਰੇ, ਮੰਤਰੀ ਨੂੰ ਬਰਖਾਸਤ ਕਰੋ। ਨਹੀਂ ਮੰਨੇ। ਫਿਰ ਉਸ ਤੋਂ ਬਾਅਦ ਦੇ ਵਿੱਚ
ਲੋਕ ਇਨਸਾਫ ਪਾਰਟੀ ਦੇ ਦਲਿਤ ਵਿੰਗ ਨੇ ਕੱਲ ਧਰਮਸੋਤ ਸਾਹਿਬ ਦੀ ਕੋਠੀ ਤੇ ਜਾ ਕੇ ਮਨਵਿੰਦਰ ਗਿਆਸਪੁਰ ਐਂਡ ਜਰਨੈਲ ਨੰਗਲ ਉਹਨਾਂ ਨੇ ਆਪਣੇ ਤਨ ਦੇ ਲੀੜੇ ਲਾ ਕੇ ਸੁੱਟਤੇ ਵੀ ਅਸੀਂ ਦਲਿਤ ਹਾਂ, ਸਾਡੇ ਕੋਲੇ ਕੁੜਤਾ ਪਜਾਮਾ ਬਚਿਆ ਵੀ ਲਾ ਲਓ ਸਾਡਾ, ਨੰਗੇ ਕਰ ਦਿਓ ਸਾਨੂੰ, ਜਦੋਂ ਸਾਡੇ ਜਵਾਕ ਹੀ ਨਹੀਂ ਪੜ੍ਹਨੇ। ਅੱਜ ਅਸੀਂ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਤੇ ਮੁੱਖ ਮੰਤਰੀ ਦੇ ਨਾਮ ਡੀਸੀਆਂ ਨੂੰ ਇੱਕ ਮੰਗ ਪੱਤਰ ਦਿੱਤਾ। ਜੇ ਕੈਪਟਨ ਸਾਹਿਬ ਨਹੀਂ ਮੰਨਣਗੇ ਫਿਰ 7 ਤਰੀਕ ਨੂੰ ਮੋਤੀ ਮਹਿਲ ਦਾ ਘਿਰਾਓ ਕਰਾਂਗੇ ਪਟਿਆਲਾ 'ਚ। ਔਰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਅਸੀਂ ਸਿਰਫ ਪ੍ਰਦਰਸ਼ਨ ਤੇ ਘਰਾਵਾਂ ਤੱਕ ਨਹੀਂ, ਘਪਲੇਬਾਜ਼ ਮਿਨਿਸਟਰ ਨੂੰ ਤੇ CBI ਦੀ ਜਾਂਚ ਕਰਾਉਣ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਹਾਈ ਕੋਰਟ ਤੋਂ ਬਾਅਦ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਪਰ ਦਲਿਤ ਵਿਦਿਆਰਥੀਆਂ ਦੇ ਹਕੂਕ ਖਾਣ ਵਾਲੇ ਲੋਕਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ। ਸਾਹਿਬ ਇਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਵੀ ਜਿਹੜੇ ਹੁਣ ਗੱਲ ਸਾਹਮਣੇ ਆ ਰਹੀ ਹੈ, ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੇ ਕੈਪਟਨ ਸਰਕਾਰ ਇਹਦਾ ਵਿਰੋਧ ਕਰ ਰਹੀ ਹੈ। ਉਹ ਕਹਿ ਰਿਹਾ ਵੀ ਇਹ ਜਿਹੜਾ ਪੰਜਾਬ ਦੇ ਮਸਲੇ ਵਿੱਚ ਗਲਤ ਨਹੀਂ ਗਲਤ ਨਹੀਂ ਹੈਗਾ। ਦੇਖੋ, ਕੇਂਦਰ ਸਰਕਾਰ ਦਾ ਪੈਸਾ, ਕੇਂਦਰ ਸਰਕਾਰ ਦੇ ਫੰਡਾਂ ਦੀ ਹੋਈ ਦੁਰਵਰਤੋਂ ਜਾਂ ਘਪਲਾ, ਉਹਦੇ ਉੱਤੇ CBI ਨੇ ਜਾਂਚ ਕਰਨੀ ਹੈ ਹਮੇਸ਼ਾ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਡਰ ਤੇ ਖਤਰਾ, ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਤੇ ਕਰ ਸਕਦੇ ਸੀ ਬਰਖਾਸਤਗੀ। ਉਹ ਮੁੱਖ ਮੰਤਰੀ ਆ, CBI ਨੂੰ ਜਾਂਚ ਦੇਣਾ ਉਹਨਾਂ ਦੇ ਅਧਿਕਾਰ ਖੇਤਰ 'ਚ ਆ। ਕੈਪਟਨ ਅਮਰਿੰਦਰ ਸਿੰਘ ਬੇਵੱਸ ਇਸ ਕਰਕੇ ਆ ਕਿਉਂਕਿ ਕੈਪਟਨ ਸਾਹਿਬ ਦੀ CMਸ਼ਿਪ ਦੇ ਥੱਲੇ ਜਿਹੜੇ ਡਿਪਾਰਟਮੈਂਟ ਖੇਤੀਬਾੜੀ, ਉਹਦੇ ਵਿੱਚ ਬੀਜ ਘਪਲਾ, ਕੋਈ ਠੋਸ ਕਾਰਵਾਈ ਨਹੀਂ, ਆਈਵਾਸ਼ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਐਕਸਾਈਜ਼ 1600 ਕਰੋੜ ਦਾ ਸ਼ਰਾਬ ਮਾਫੀਆ ਘਪਲਾ, ਮੰਤਰੀਆਂ ਨੇ ਦੋਸ਼ ਲਾਏ, 200 ਬੰਦਾ ਮਰਿਆ ਮਾਝੇ ਦੀ ਧਰਤੀ ਤੇ। ਤੀਜਾ, ਕੈਪਟਨ ਅਮਰਿੰਦਰ ਸਿੰਘ ਕੋਲੇ ਹੈਗੀ ਆ ਹੋਮ ਮਿਨਿਸਟਰੀ, ਚੱਪੇ ਚੱਪੇ ਦੇ ਰੇਤਾ ਬਜਰੀ ਚੋਰੀ ਹੋ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਜਿਹੜੇ ਮਹਿਕਮੇ, ਉਹਨਾਂ ਦੇ ਵਿੱਚ ਵੱਡੇ ਸਕੈਮ ਘਪਲੇ ਆ, ਉਹ ਕਿਹੜੇ ਮੂੰਹ ਨਾਲ ਬਰਖਾਸਤ ਕਰਨ। ਤੇ ਜੇ ਹੁਣ ਕੇਂਦਰ ਤੁਰਿਆ ਤੇ ਕੈਪਟਨ ਸਾਹਿਬ ਨੂੰ ਬੜਾ ਪਿੰਚ ਹੋਇਆ। ਸੋ ਮੈਂ ਫੇਰ ਕਹੂੰਗਾ, ਜੇ ਰਾਜਨੀਤੀ ਹੋਈ ਤੇ ਅਸੀਂ ਹਾਈ ਕੋਰਟ ਨਹੀਂ, ਅਸੀਂ ਦੇਸ਼ ਦੀ ਸਰਵਉੱਚ ਅਦਾਲਤ ਤੱਕ ਜਾਵਾਂਗੇ, ਪਰ ਇਹ ਮਸਲੇ ਨੂੰ ਅੰਜਾਮ ਤੇ ਲਿਜਾ ਕੇ ਛੱਡਾਂਗੇ। ਖੇਤੀ ਆਰਡੀਨੈਂਸ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿੱਚ BJP ਹਜੇ ਵੀ ਆਪਦੇ ਸਟੈਂਡ ਤੇ ਖੜੀ ਹੈ ਕਿ MSP ਹੈ, MSP ਵੀ ਰਹੂਗੀ ਤੇ ਇੱਦਾਂ ਹੀ ਲੱਗੂਗੀ। BJP ਤਾਂ ਜਿਹੜਾ ਸਟੈਂਡ ਹੈ ਸੋ ਹੈ। BJP ਦਾ ਜਿਹੜਾ ਤੋਤਾ ਮੈਂ ਕਹਿ ਕੇ ਹਟਿਆ, ਉਹ ਪਰਸੋਂ ਇੱਕ ਮਿਨਿਸਟਰ ਦੀ ਚਿੱਠੀ ਦਿਖਾਈ ਜਾਂਦਾ ਸੀ, ਕੇਂਦਰ ਦੇ ਮਿਨਿਸਟਰ ਦੀ, ਸਰਦਾਰ ਸੁਖਬੀਰ ਸਿੰਘ ਬਾਦਲ, ਇੱਕ ਚਿੱਠੀ ਦਿਖਾ ਕੇ ਤੁਸੀਂ ਕਿੰਨੀ ਦੇਰ ਤੱਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਲਓਗੇ? ਤੁਹਾਡਾ ਚਿਹਰਾ ਬੇਨਕਾਬ ਹੋ ਚੁੱਕਿਆ। ਤੁਸੀਂ MSP ਦੀ ਗੱਲ ਕਰਦੇ ਹੋ, ਮੈਂ ਤੁਹਾਡਾ ਚੈਲੰਜ ਸਵੀਕਾਰ ਕਰਦਾ। ਦੁਆਬੇ ਦੇ ਅੰਦਰ ਮੱਕੀ ਦੀ ਸਭ ਤੋਂ ਵੱਧ ਪੈਦਾਵਾਰ ਆ। ਸਾਈਕਲ ਯਾਤਰਾ ਦੌਰਾਨ ਅਸੀਂ ਨਵਾਂ ਸ਼ਹਿਰ, ਬੰਗਾ, ਮੰਡੀਆਂ ਦੇ ਵਿੱਚ ਲਾਈਵ ਪੱਤਰਕਾਰਾਂ ਨੂੰ ਲੈ ਕੇ ਗਏ। ਉਹ ਪੱਤਰਕਾਰ ਦੋਸਤਾਂ ਨੂੰ ਕਿਹਾ ਵੀ ਆ ਕਿਸਾਨ ਖੜਿਆ ਜਿਨ੍ਹਾਂ ਨੇ ਮੱਕੀ ਵੇਚੀ ਹੈ, ਇਹਨਾਂ ਨੂੰ ਪੁੱਛ ਲਓ ਮੱਕੀ ਕੀ ਭਾਅ ਵੇਚੀ ਆ। ਕਿਸਾਨਾਂ ਨੇ ਜਵਾਬ ਦਿੱਤਾ 650 ਰੁਪਏ ਪ੍ਰਤੀ ਕੁਇੰਟਲ ਤੇ MSP ਕਿੰਨਾ? 1850, 1200 ਰੁਪਇਆ ਉੱਡ ਗਿਆ ਕਿਸਾਨ ਦੀ ਜੇਬ ਚੋਂ ਇੱਕ ਕੁਇੰਟਲ ਮਗਰ। ਜੇ ਸੁਖਬੀਰ ਬਾਦਲ ਚਿੱਠੀਆਂ ਦਿਖਾਉਂਦੇ ਆ, ਮੇਰਾ ਉਹਨਾਂ ਨੂੰ ਚੈਲੰਜ ਆ ਕਿ ਮੱਕੀ ਦੇ ਉੱਤੇ 1850 ਰੁਪਇਆ ਸਰਕਾਰੀ ਏਜੰਸੀ ਨੂੰ ਭੇਜੋ ਕਿ ਮੱਕੀ ਦੀ ਖਰੀਦ ਹੋਵੇ। ਇਹ ਪੰਜਾਬ ਦੀ ਮੁੱਖ ਫਸਲ ਕਣਕ ਤੇ ਚਾਵਲ ਦਾ ਵੀ ਆਉਣ ਵਾਲੇ ਸਮੇਂ 'ਚ ਇਹੀ ਹਾਲ ਹੋਣਾ ਜੇ ਖੇਤੀਬਾੜੀ ਸੁਧਾਰ ਆਰਡੀਨੈਂਸ ਬਿੱਲ ਦਾ ਰੂਪ ਧਾਰਨ ਕਰ ਗਏ। ਇੱਕ ਲਗਾਤਾਰ ਜਿਹੜਾ ਕਰੋਨਾ ਵਿੱਚ ਵੱਧ ਲੋਕਾਂ ਵਿੱਚ ਇੱਕ ਲੋਕੀ ਕਹਿ ਰਹੇ ਆ ਕਿ ਸਿਆਸਤ ਹੋ ਰਹੀ ਹੈ ਚੀਜ਼ ਤੇ, ਕਿ ਸਾਡੇ ਬੰਦਿਆਂ ਨੂੰ ਮਾਰਿਆ ਜਾ ਰਿਹਾ, ਸਰਕਾਰ ਨੂੰ ਘੇਰ ਰਹੀ ਹੈ। ਤੁਹਾਡਾ ਕਹਿਣਾ ਚੀਜ਼ ਨੂੰ ਲੈ ਕੇ? 101% ਇਹ ਗੱਲ ਸੱਚੀ ਆ। ਲੁਧਿਆਣੇ ਦੇ ਵਿੱਚ ਵਪਾਰੀ ਸੜਕਾਂ ਤੇ ਆ ਗਏ, ਉਹ ਕਹਿੰਦੇ ਅਸੀਂ ਨਹੀਂ ਤੁਹਾਡਾ ਆਡ ਐਂਡ ਈਵਨ ਮੰਨਦੇ। 7 ਦਿਨ 'ਚੋਂ 2 ਦਿਨ ਲਾਕਡਾਊਨ ਨਿਕਲ ਗਏ, 5 ਦਿਨ ਦੇ ਵਿੱਚੋਂ ਆਡ ਐਂਡ ਈਵਨ ਫਾਰਮੂਲਾ ਲਾਗੂ ਕਰਕੇ ਦੁਕਾਨਦਾਰ ਕੋਲੇ ਬਚੇ 2 ਦਿਨ। ਹੁਣ 2 ਦਿਨ ਕੋਈ ਦੁਕਾਨ ਚਲਾ ਕੇ ਦੁਕਾਨ ਦੇ ਮੁਲਾਜ਼ਮਾਂ ਦੀ ਤਨਖਾਹ, ਬਿਜਲੀ ਦਾ ਬਿੱਲ, ਕਿਰਾਇਆ ਕੱਢ ਸਕਦਾ? ਇਹ ਕਰੋਨਾ ਦਾ ਭੂਤ ਲੋਕਾਂ ਨੂੰ ਡਰਾਉਣ ਵਾਸਤੇ ਇਕੱਲਾ ਆਪਣੇ ਸੂਬੇ ਜਾਂ ਦੇਸ਼ 'ਚ ਨਹੀਂ, ਪੂਰੀ ਦੁਨੀਆ ਦੇ ਵਿੱਚ ਆ। ਟਰੰਪ ਵੀ ਇਹੀ ਸੋਚੀ ਬੈਠਾ, US ਦਾ ਪ੍ਰੈਜ਼ੀਡੈਂਟ ਵੀ, ਮੈਂ ਵੀ ਦੁਬਾਰਾ ਜਿਹੜੀ ਕਰੋਨਾ ਦੇ ਵਿੱਚੋਂ ਇੱਕ ਸਰਕਾਰ ਹੋਰ ਪੈਦਾ ਕਰ ਲਵਾਂ। ਇਹੀ ਪਾਲਿਸੀ ਕੈਪਟਨ ਅਮਰਿੰਦਰ ਦੀ ਹੈ। ਆ ਤੁਸੀਂ ਮਾਸਕ ਪਾਇਆ ਹੋਇਆ, ਇਸ ਮਾਸਕ ਦੇ ਵਿੱਚ ਦੋਸਤ ਜਿਹੜਾ ਕਰੋਨਾ ਉਹ ਇੰਨਾ ਛੋਟੇ ਕਾਰ ਦੇ ਵਿੱਚ ਆ, ਇਸ ਮਾਸਕ ਦੇ ਅੰਦਰੋਂ ਵੀ ਐਂਟਰ ਕਰਦਾ। ਉਹ ਤੁਸੀਂ ਟੈਕਨੀਕਲ ਥਿਊਰੀ ਤੇ ਜਾਓ। ਹੁਣ ਲੋਕਾਂ ਨੂੰ ਲਾਹ ਡਾਂਗ, ਜਿਵੇਂ ਮਦਾਰੀ ਕਹਿੰਦਾ ਚੱਲ ਜਮੂਰੇ ਅੰਦਰ, ਇਹਨਾਂ ਦੇ ਕੋਲੇ ਲਾਕਡਾਊਨ ਐਂਡ ਕਰਫਿਊ ਆ ਗਿਆ। ਉਹ ਸਰਕਾਰ, ਉਹ ਮੁੱਖ ਮੰਤਰੀ ਜਿਹੜਾ ਚੰਦ ਦਿਨ ਪਹਿਲਾਂ ਪੰਜਾਬ 'ਚ ਵੱਡੇ ਵੱਡੇ ਬੋਰਡ ਲਾਉਂਦਾ, ਮਿਸ਼ਨ ਫਤਿਹ, ਲੈ ਫਤਿਹ 4 ਦਿਨਾਂ ਬਾਅਦ ਹੀ ਤੁਸੀਂ ਦੁਬਾਰਾ ਕਰਫਿਊ ਐਂਡ ਲਾਕਡਾਊਨ। ਪੰਜਾਬ ਦੇ ਅੰਦਰ ਤੁਸੀਂ ਇੱਕ ਧੇਲਾ ਨਹੀਂ ਦਿੱਤਾ ਕਿਸੇ ਨੂੰ, ਕਿਸੇ ਮਾਤੜ ਦੀ ਇੱਕ ਨਵੇਂ ਪੈਸੇ ਦੀ ਮਦਦ ਕੀਤੀ ਹੋਵੇ, ਕੋਈ ਸਕੂਲ ਦੀਆਂ ਫੀਸਾਂ ਦਾ ਇੰਤਜ਼ਾਮ ਕੀਤਾ ਹੋਵੇ, ਕੋਈ ਬਿਜਲੀ ਦਾ ਬਿੱਲ ਇੰਤਜ਼ਾਮ ਕੀਤਾ ਹੋਵੇ, ਕੋਈ ਕਿਰਾਏਦਾਰ ਮਾਤੜ ਸਾਥੀ ਉਹਦੇ ਕਿਰਾਏ ਦਾ ਇੰਤਜ਼ਾਮ ਕੀਤਾ ਹੋਵੇ। ਪ੍ਰਵਚਨ ਸੁਣ ਲਓ ਧਰਮਰਾਜ ਬਣ ਕੇ, ਯਮਰਾਜ ਬਣ ਕੇ ਵੀ ਫਲਾਣੇ ਦਿਨ ਨੂੰ ਇੰਨੇ ਬੰਦੇ ਮਰ ਜਾਣੇ ਆ। ਲੋਕਾਂ ਨੂੰ ਡਰਾਉਣ ਦਾ ਯਤਨ ਆ। ਮੈਨੂੰ ਸਪੀਕਰ ਸਾਹਿਬ ਵਿਧਾਨ ਸਭਾ 'ਚ ਕਹਿੰਦੇ ਮੈਂ ਨਹੀਂ ਮਾਸਕ ਪਾਇਆ।
ਕਹਿੰਦੇ ਬੈਂਸ ਸਾਹਿਬ ਮਾਸਕ ਪਾ ਲਾ। ਮੈਂ ਕਿਹਾ ਸਪੀਕਰ ਸਾਹਿਬ ਆ ਜਿਹੜਾ ਘਪਲਾ ਬਹੁਤ ਕਰੋੜੀ ਇਹ ਮੇਰੇ ਮਾਸਕ ਨਾਲੋਂ ਵੱਧ ਗੰਭੀਰ ਆ, ਜਿੱਥੇ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਾਧਾ ਗਿਆ। ਇਹ ਮੈਨੂੰ ਪਤਾ ਮਾਸਕ ਦੇ ਵਿੱਚ ਕਿਹੜੀ ਰਾਜਨੀਤੀ ਹੋ ਰਹੀ ਹੈ। ਚੇਪੀ ਆ ਮਾਸਕ, ਮੂੰਹ ਤੇ ਚੇਪੀਆਂ ਲਾਓ, ਮਾਸਕ ਨਹੀਂ ਹੈਗਾ, ਬੋਲਣਾ ਨਹੀਂਗਾ। ਸਰਕਾਰ ਲੁੱਟੇ, ਰੇਤਾ ਬਜਰੀ ਲੁੱਟ ਵੇਚੇ, ਸਰਕਾਰ ਸ਼ਰਾਬ ਮਾਫੀਆ ਬਣਾਉਣਾ, ਲੀਕੇਜ ਕਰੇ ਰੈਵਨਿਊ ਦੀ। ਇਸ ਕਰਕੇ ਵਿਰੋਧੀ ਮੂੰਹ ਦੇ ਉੱਤੇ ਚੇਪੀ ਲਾ ਕੇ ਰੱਖੋ, ਬੋਲਣਾ ਨਹੀਂ ਕਿਸੇ ਨੇ। ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਾਂਗੇ, ਇਹਨਾਂ ਤੋਂ ਡਰਨ ਵਾਲੇ ਨਹੀਂ। ਕੈਪਟਨ ਸਾਹਿਬ ਪ੍ਰਵਚਨ ਫੇਰ ਕਰਿਓ, ਪਹਿਲਾਂ ਲੋਕਾਂ ਦੇ ਜਿਹੜੇ ਮਾਤੜ ਆ ਉਹਨਾਂ ਦੇ ਬਿਜਲੀ ਬਿੱਲਾਂ ਦਾ ਇੰਤਜ਼ਾਮ, ਬੱਚਿਆਂ ਦੀਆਂ ਫੀਸਾਂ ਦਾ ਇੰਤਜ਼ਾਮ ਕੁਝ ਦਿਓ ਤਾਂ ਸਹੀ ਨਾ। ਪਹਿਲਾਂ ਬੱਚਿਆਂ ਦੀ ਫੀਸ ਦੀ ਗੱਲ ਕਰੀਏ ਤਾਂ ਹੁਣ ਲਗਾਤਾਰ ਫਰੀਦਕੋਟ ਵਿੱਚ ਵਿਖੇ ਗਿਆ ਕਿ ਸਕੂਲਾਂ ਵੱਲੋਂ ਉਹਨਾਂ ਨੂੰ WhatsApp ਗਰੁੱਪ ਬਣਾਏ, ਉਹਨਾਂ 'ਚ ਰਿਮੂਵ ਕੀਤਾ ਜਾ ਰਿਹਾ ਲਗਾਤਾਰ ਹੀ, ਤੇ ਸਰਕਾਰ ਇਸ 'ਤੇ ਕੋਈ ਐਕਸ਼ਨ ਨਹੀਂ ਲੈ ਰਹੀ। ਤੁਹਾਨੂੰ ਯਾਦ ਹੋਊਗਾ ਸਿੱਖਿਆ ਮੰਤਰੀ ਜੀ ਨੇ ਇਨੀਸ਼ੀਅਲ ਡੇਜ਼ ਦੇ ਵਿੱਚ ਇੱਕ ਸਟੇਟਮੈਂਟ ਆਪਣੇ ਅਫੀਸ਼ੀਅਲ ਸੋਸ਼ਲ ਅਕਾਊਂਟ ਤੋਂ ਵਾਇਰਲ ਕੀਤਾ ਸੀ ਵੀ ਮੈਂ NOCਆਂ ਕੈਂਸਲ ਕਰ ਦੂੰ। ਪੰਜਾਬ ਸਕੂਲ ਸਿੱਖਿਆ ਬੋਰਡ ਐਫੀਲੀਏਟਡ ਸਕੂਲ ਤਾਂ ਮੇਰੇ ਅੰਡਰ ਹੈਗੇ ਹੀ ਆ। ਜਿਹੜੇ CBSE ਵਾਲੇ ਮੈਂ ਉਹਨਾਂ ਦੀ NOC ਕੈਂਸਲ ਕਰ ਦੂੰ, ਪਰ ਕੋਈ ਸਕੂਲ ਫੀਸ ਨਹੀਂ ਲਏਗਾ। 3-4 ਦਿਨ ਬਾਅਦ ਉਹਨਾਂ ਦੇ ਸੋਸ਼ਲ ਅਕਾਊਂਟ ਦੇ ਵਿੱਚੋਂ ਡਿਲੀਟ ਹੋ ਗਿਆ। ਮਤਲਬ ਕੀ ਆ, ਇਹ ਬੜਾ ਪਾਵਰਫੁਲ ਐਜੂਕੇਸ਼ਨ ਮਾਫੀਆ ਆਪਣੇ ਸੂਬੇ ਦੇ ਅੰਦਰ। ਇਹ ਪਾਵਰਫੁਲ ਪ੍ਰਾਈਵੇਟ ਸਕੂਲ ਮਾਫੀਆ ਇਹਨਾਂ ਦੋਨੋਂ ਵੱਡੀਆਂ ਪਾਰਟੀਆਂ ਨੂੰ ਕਰੋੜਾਂ ਰੁਪਈਆ ਚੰਦਾ ਦਿੰਦਾ। ਫਿਰ ਇਹ ਸਕੂਲਾਂ ਦੇ ਅਨੁਸਾਰ DCਆਂ ਦੀ ਕੀ ਜ਼ਰੂਰਤ ਹੈਗੀ ਆ ਲੋਕ ਵਿਚਾਰੇ ਪੇਰੈਂਟਸ ਗਰਮੀ ਦੇ ਵਿੱਚ ਧਰਨੇ ਲਾਉਂਦੇ ਆ, ਕਦੇ ਸੁਣਵਾਈ ਹੋਈ ਹੈ? ਸੋ ਇਸ ਕਰਕੇ ਜਿਹੜੀਆਂ ਆਨਲਾਈਨ ਕਲਾਸਿਸ, ਉਹ ਤਾਂ ਤੁਸੀਂ ਸਮਾਜਿਕ ਨਿਆਂ ਦਾ ਤਕਾਜ਼ਾ ਆਨਲਾਈਨ ਕਲਾਸਿਸ ਤੁਸੀਂ ਕਾਹਦੇ ਚਾਰजेस ਲੈਣੇ ਆ? ਮਾਪਿਆਂ ਨੂੰ ਨਾਲ ਲੈ ਕੇ ਵੀ ਅਸੀਂ ਹਮੇਸ਼ਾ ਸੰਘਰਸ਼ੀਲ ਹਾਂ। ਸਾਡਾ ਫਗਵਾੜੇ ਤੋਂ ਜਰਨੈਲ ਨੰਗਲ ਮੇਰਾ ਖਿਆਲ PhD ਹੋਲਡਰ ਆ, ਉਹ ਜਿਹੜਾ ਲੂਟ ਐਜੂਕੇਸ਼ਨ ਮਾਫੀਆ ਦੇ ਬਰਖਲਾਫ ਸੰਘਰਸ਼ ਲੋਕ ਇਨਸਾਫ ਪਾਰਟੀ ਮੁੱਢਲੀ ਕਤਾਰ 'ਚ ਖੜ ਕੇ ਪੇਰੈਂਟਸ ਦਾ ਸਾਥ ਦਿੰਦੀ ਹੈ। ਓਵਰਆਲ ਵੇਖਿਆ ਜਾਵੇ ਤਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਵੇਂ ਸੁਖਬੀਰ ਬਾਦਲ ਦਾ ਵੀ ਅੱਜ ਇਹਨਾਂ ਦਾ ਕਹਿਣਾ ਹੈ ਕਿ ਕੈਪਟਨ ਨੂੰ ਅਸਤੀਫਾ ਦੇਣਾ ਚਾਹੀਦਾ। ਵਾਰ-ਵਾਰ ਇੱਕ ਗੱਲ ਹੀ ਕਰ ਰਹੇ ਆ। ਤੁਹਾਨੂੰ ਕੀ ਲੱਗਦਾ ਪੰਜਾਬ ਦੇ? ਤੁਸੀਂ ਇੱਕ ਗੱਲ ਮੇਰਾ ਖਿਆਲ ਸਹਿਮਤ ਹੋਵੋਗੇ ਮੇਰੇ ਨਾਲ, 10 ਸਾਲ ਬਾਦਲਾਂ ਦੇ, ਮੇਰੇ ਤੋਂ ਵੱਡੀ ਉਮਰ ਦੇ ਬਜ਼ੁਰਗ ਦੋਸਤ ਵੀ ਹੈਗੇ ਆ, ਤੇ 5 ਸਾਲ ਕਾਂਗਰਸ ਦੇ, 4 ਸਾਲ ਹੋ ਗਏ। ਕਦੇ ਦੋਨੋਂ ਪਾਰਟੀਆਂ ਨੇ ਜਿਨ੍ਹਾਂ ਨੇ 73 ਸਾਲ 74ਵਾਂ ਆਪਾਂ ਆਜ਼ਾਦੀ ਦਿਹਾੜਾ ਮਨਾ ਕੇ ਹਟੇ ਹਾਂ, 73 ਸਾਲ ਪੰਜਾਬ ਦੇ ਲੋਕਾਂ ਨੇ ਵਾਰੀ ਬੰਨ ਇਹਨਾਂ ਨੂੰ ਸਰਕਾਰਾਂ ਦਿੱਤੀਆਂ, ਇਹਨਾਂ ਨੇ ਕਦੇ ਪ੍ਰਸਥਿਤੀਆਂ ਬਦਲਣ ਦਾ ਯਤਨ ਕੀਤਾ ਹੋਵੇ? ਇਹ ਬਿਆਨ ਬਦਲੀ ਕਰਦੇ ਆ। ਅੱਜ ਅਕਾਲੀ ਦਲ ਵਾਲੇ ਵਿਰੋਧ ਦੇ ਵਿੱਚ ਆ, ਕਾਂਗਰਸ ਵਿਰੋਧ 'ਚ ਆ ਗਈ। ਪ੍ਰਸਥਿਤੀ ਬਦਲੀ ਨਹੀਂ ਕਰਨੀ, ਪ੍ਰਸਥਿਤੀਆਂ ਇਹੀ ਰਹਿਣਗੀਆਂ, ਕਿਉਂਕਿ ਆਪਾਂ ਖੁਦ ਮੈਂਬਰ ਆ ਇਹ ਸਾਰੇ ਨੈਕਸਸ ਸੰਗਠਨ ਦੇ। ਸਿਰਫ ਬਿਆਨ ਬਦਲੀ ਹੋਣੇ ਆ। ਫਿਰ ਦਊਗਾ ਜਾਖੜ ਸਾਹਿਬ ਬਿਆਨ ਵੀ ਇਹਨਾਂ ਨੂੰ ਲਾਓ ਥੱਲੇ, ਇਹ ਲਾਓ ਇਹਨਾਂ ਤੋਂ ਅਸਤੀਫਾ। ਸੋ ਇਹ ਨਟੰਕੀ ਤੇ ਡਰਾਮੇਬਾਜ਼ੀ ਆ। ਲੋਕ ਸਮਝ ਗਏ। ਅਸੀਂ 2017 'ਚ ਬੜਾ ਯਤਨ ਕੀਤਾ ਵੀ ਇਹ ਭਾਈ ਬਾਦਲ ਕੈਪਟਨ, ਕਾਂਗਰਸ ਤੇ ਅਕਾਲੀ ਇਕਜੁੱਟ ਹੀ ਆ, ਵੱਜੋ ਇਹਨਾਂ ਤੋਂ। ਤਾਂ ਲੋਕ ਧਰਮੀ ਆ, ਝੂਠੀਆਂ ਸੌਂ 'ਚ ਆ ਕੇ ਵੋਟਾਂ ਪਾ ਕੇ। ਪਰ 2022 ਦੇ ਵਿੱਚ ਲੋਕ ਨਹੀਂ ਆਖੇ ਲੱਗਣਗੇ ਇਹਨਾਂ ਦੇ। ਕਾਂਟ ਕੀ ਹਾਂਡੀ ਇੱਕ ਵਾਰ ਚੜ੍ਹਤੀ ਆ, ਬਾਰ-ਬਾਰ ਨਹੀਂ। ਲੋਕ ਇਹਨਾਂ ਨੂੰ ਇਹਨਾਂ ਦੀ ਅਸਲੀ ਜਗ੍ਹਾ ਜ਼ਰੂਰ ਦਿਖਾਉਣਗੇ। ਕਿਸੇ ਨਾਲ ਨਹੀਂ ਗੱਠਜੋੜ ਦੀ ਹਜੇ ਕਿਹੜਾ ਕੋਈ ਇਲੈਕਸ਼ਨ ਅਨਾਉਂਸ ਹੋਈ ਹੈ। ਤਾਂ ਲੋਕ ਇਨਸਾਫ ਪਾਰਟੀ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚ ਆਪਣਾ ਬਲਬੂਤੇ ਦੇ ਜਿਹੜੇ ਆਨੈਸਟ ਲੋਕ ਹੈਗੇ ਆ, ਜਿਹੜੇ ਚੰਗੇ ਚਰਿੱਤਰ ਵਾਲੇ ਲੋਕ ਹੈਗੇ ਆ, ਉਹਨਾਂ ਨੂੰ ਨਾਲ ਲੈ ਕੇ ਤਿਆਰੀ ਕਰ ਰਹੇ ਪੰਜਾਬ ਅਸੀਂ 7 ਤਰੀਕ ਦਾ ਜਿਹੜਾ ਧਰਨਾ, ਮੈਂ ਤਾਂ ਚਲੋ ਇੱਕ ਤਾਂ ਸਾਈਕਲ ਯਾਤਰਾ ਦਾ ਇਹਨਾਂ ਦਾ ਸਾਰਿਆਂ ਦਾ ਧੰਨਵਾਦ। 300 ਕਿਲੋਮੀਟਰ 5 ਦਿਨ ਸੜਕਾਂ ਤੇ ਤੰਬੂਆਂ 'ਚ ਰਹੇ, ਭਰ ਗਰਮੀ 'ਚ ਇਹਨਾਂ ਦੀ ਮਿਹਨਤ ਰੰਗ ਲਿਆਈ ਆ। ਸਾਡੀ ਮੰਗ ਜਿਹੜੀ ਮੰਨੀ ਗਈ। ਦੂਸਰਾ 7 ਤਰੀਕ ਦਾ ਜਿਹੜਾ ਮੋਤੀ ਮਹਿਲ ਦਾ ਘਰਾਓ, ਉਹਦੇ ਵਾਸਤੇ ਵੀ ਇਹਨਾਂ ਦੀਆਂ ਡਿਊਟੀਆਂ ਵੀ ਭਾਈ ਹੁਮ ਹੁਮਾ ਕੇ ਪਹੁੰਚੋ।